ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਬਾਰਡਰ ਦੇ ਉੱਪਰ ਸਖਤੀ ਦੀ ਤਿਆਰੀ ਕੀਤੀ ਜਾ ਰਹੀ ਹੈ। 11 ਮਈ ਤੋਂ ਬਾਰਡਰ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾ ਬਾਰਡਰ ਪਾਰ ਕਰਕੇ ਆਉਣ ਵਾਲਿਆਂ ਨੂੰ ਹੁਣ ਸਖਤੀ ਦਾ ਸਾਹਮਣਾ ਕਰਨਾ ਪਏਗਾ। ਬਾਰਡਰ ਦੇ ਉੱਪਰ ਫੌਜਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਬਾਈਡਨ ਪ੍ਰਸ਼ਾਸਨ ਵੱਲੋਂ ਬਾਰਡਰ ਦੇ ਉੱਪਰ ਸਖਤੀ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਐਕਟਿਵ ਡਿਊਟੀ ਟਰੂਪਸ ਨੂੰ ਸਦਰਨ ਬਾਰਡਰ ਦੇ ਉੱਪਰ ਭੇਜਿਆ ਜਾਵੇਗਾ। ਜੀ ਹਾਂ, 11 ਮਈ ਤੋਂ ਮੈਕਸੀਕੋ ਅਮਰੀਕਾ ਬਾਰਡਰ ਦੇ ਉੱਪਰ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹ ਖਤਮ ਹੋਣ ਜਾ ਰਹੀਆਂ ਨੇ, ਜਿਸ ਤੋਂ ਬਾਅਦ ਹੁਣ ਪਿਛਲੇ ਦਿਨੀ ਬਾਈਡਨ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਬਾਰਡਰ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ। US ਹੋਮਲੈਂਡ ਸਿਕਿਉਰਿਟੀ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ 11 ਮਈ ਤੋਂ ਹੀ ਬਾਰਡਰ ਦੇ ਉੱਪਰ ਹੁਣ ਸਖਤੀ ਦੇ ਨਾਲ ਇੰਟਰਵਿਊਜ਼ ਲਈਆਂ ਜਾਣਗੀਆਂ, ਜਿਸ ਤੋਂ ਬਾਅਦ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਹੋਰ ਐਕਟਿਵ ਟਰੂਪਸ ਨੂੰ ਵੀ ਸਦਰਨ ਬਾਰਡਰ ਦੇ ਉੱਪਰ ਭੇਜਿਆ ਜਾਵੇਗਾ, ਕਿਉਂਕਿ ਇੱਥੇ ਮਾਈਗ੍ਰੈਂਟਸ ਦਾ ਇੱਕ ਵੱਡਾ ਅੰਕੜਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸੰਬੰਧੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਫੈਂਸ ਡਿਪਾਰਟਮੈਂਟ ਵੱਲੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ 1500 ਦੇ ਕਰੀਬ ਮਿਲਟਰੀ ਕਾਮਿਆਂ ਦੀ ਜ਼ਰੂਰਤ ਹੈ, ਜੋ ਕਿ ਇੱਥੇ ਅਗਲੇ 90 ਦਿਨਾਂ ਵਾਸਤੇ ਹੋਣਗੇ। ਦੱਸੀਏ ਕਿ ਟਰੰਪ ਪ੍ਰਸ਼ਾਸਨ ਦੇ ਦੌਰਾਨ 5000 ਤੋਂ ਵੱਧ ਟਰੂਪਸ ਨੂੰ ਬਾਰਡਰ ਦੇ ਉੱਪਰ ਭੇਜਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਟਾਈਟਲ 42 ਦੀ ਵਰਤੋਂ ਕਰਦਿਆਂ ਬਾਰਡਰ ਤੇ ਸਖਤੀ ਲਗਾਈ ਗਈ। ਹੁਣ ਇਹ ਸਖਤੀ 11 ਮਈ ਵਾਲੇ ਦਿਨ ਖਤਮ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਹੋਮਲੈਂਡ ਸਿਕਿਉਰਿਟੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਜੇ ਬਾਰਡਰ ਨਹੀਂ ਖੁੱਲੇਗਾ। ਉਹਨਾਂ ਵੱਲੋਂ ਪਾਬੰਦੀਆਂ ਬਰਕਰਾਰ ਰੱਖੀਆਂ ਜਾਣਗੀਆਂ। ਇਸ ਦੇ ਪਿੱਛੇ ਕਾਰਨ ਹੈ ਕਿ ਜੋ ਵੱਧ ਰਹੀ ਮਾਈਗ੍ਰੈਂਟਸ ਦੀ ਗਿਣਤੀ ਹੈ ਉਸ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇੱਕ ਹੋਰ ਚਰਚਾ ਵੀ ਹੋ ਰਹੀ ਹੈ ਕਿ ਹੁਣ ਟ੍ਰਾਂਜ਼ਿਟ ਬੈਨ ਲਗਾਇਆ ਜਾਵੇਗਾ, ਭਾਵ ਕਿ ਜਿਹੜੇ ਦੂਸਰੇ ਦੇਸ਼ ਦੇ ਰਾਹੀਂ ਅਮਰੀਕਾ ਬਾਰਡਰ ਟੱਪ ਕੇ ਆਉਂਦੇ ਨੇ, ਪਹਿਲਾਂ ਉਹਨਾਂ ਨੂੰ ਉਸ ਦੇਸ਼ ਦੇ ਵਿੱਚ ਅਸਾਈਲਮ ਲੈਣੀ ਪਵੇਗੀ ਜਿਸ ਰਾਹੀਂ ਉਹ ਆਏ ਹਨ। ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ 70 ਤੋਂ ਵੱਧ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋਏ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੇ ਉੱਪਰ ਭਾਰੀ ਨੁਕਸਾਨ ਹੋਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੇ ਕੁਝ ਹਿੱਸੇ ਤੂਫਾਨ ਕਾਰਨ ਪ੍ਰਭਾਵਿਤ ਹੋਏ ਨੇ। ਤੂਫਾਨ ਨੇ ਤਬਾਹੀ ਮਚਾਈ, ਜਿੱਥੇ ਦਰਜਨਾਂ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਹਾਈਵੇ ਦੇ ਉੱਪਰ ਕਾਫੀ ਜ਼ਿਆਦਾ ਤੂਫਾਨ ਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਦਰਜਨਾਂ ਹੀ ਵਾਹਨ ਆਪਸ ਵਿੱਚ ਟਕਰਾ ਗਏ। ਤੂਫਾਨ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਰਾਜਧਾਨੀ ਦੇ ਦੱਖਣ ਦੇ ਵਿੱਚ ਆਈ 55 ਦੇ ਦੋਵੇਂ ਦਿਸ਼ਾਵਾਂ ਤੇ ਬੀਤੇ ਦਿਨ ਰਾਜ ਪੁਲਿਸ ਦੇ ਜਵਾਨਾਂ ਨੇ ਕਈ ਦੁਰਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਹਾਦਸਿਆਂ ਵਿੱਚ ਲਗਭਗ 20 ਵਪਾਰਕ ਮੋਟਰ ਵਾਹਨ ਅਤੇ 40 ਤੋਂ 60 ਯਾਤਰੀ ਕਾਰਾਂ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 2 ਟਰੈਕਟਰ ਟ੍ਰੇਲਰ ਨੂੰ ਅੱਗ ਲੱਗ ਗਈ ਸੀ। ਪੁਲਿਸ ਨੇ ਕਿਹਾ ਕਿ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਵੱਲੋਂ ਇਸ ਦਾ ਕਾਰਨ ਵਿਜ਼ਿਬਿਲਿਟੀ ਨੂੰ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਵਿਭਾਗ ਵੱਲੋਂ ਦੱਸਿਆ ਗਿਆ ਕਿ ਜਿਹੜੇ ਜ਼ਖਮੀ ਨੇ ਉਹਨਾਂ ਦੀ ਉਮਰ 2 ਤੋਂ 80 ਸਾਲ ਦੇ ਵਿਚਕਾਰ ਹੈ। 30 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਮੌਜੂਦਾ ਸਮੇਂ ਇਲਾਜ ਚੱਲ ਰਿਹਾ ਹੈ। ਫਿਲਹਾਲ ਇਸ ਸੰਬੰਧੀ ਪੁਲਿਸ ਵਿਭਾਗ ਵਧੇਰੇ ਜਾਂਚ ਪੜਤਾਲ ਕਰ ਰਿਹਾ ਹੈ। ਸੈਨੇਟ ਐਨਰਜੀ ਕਮੇਟੀ ਦੀ ਹੀਅਰਿੰਗ ਦੌਰਾਨ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਸ ਨੂੰ ਲੈ ਕੇ ਕੁਝ ਖਾਸ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇਹ ਕਿਹੜੀਆਂ ਖਾਸ ਗੱਲਾਂ ਹਨ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸੈਨੇਟ ਐਨਰਜੀ ਕਮੇਟੀ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਸ ਦੌਰਾਨ ਕਮੇਟੀ ਦੇ ਵਿੱਚ ਕਿਹਨਾਂ ਵੱਲੋਂ ਕੀ ਵਿਚਾਰ ਸਾਂਝੇ ਕੀਤੇ ਗਏ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। First, I want to highlight several important proposals. These include significant reforms to support the wildland fire workforce, mandatory funding for future Indian water rights settlements, expanding good neighbor and stewardship contracting authorities to include Fish and Wildlife Service and the National Park Service, $6.5 billion over 20 years from the Department of State to fund economic assistance under the Compacts of Free Association. Let me begin with wildland fire. The 2024 budget honors President Biden's commitment to address this issue and to assist firefighters, supporting an additional 370 federal and 55 tribal fire personnel.
Complementing the pay reforms, we also include a $46.4 million increase for fuels management activities above 2023. These investments are crucial as wildfires were noticeably higher in 2022 than the 10-year average. Our budget's investments for reclamation, in combination with the bipartisan infrastructure law and the Inflation Reduction Act, will ensure reliable water and power to the American West. The reclamation request is nearly $1.45 billion, which is anticipated to be augmented by over $2.4 billion in other funds. Priorities include water smart funding and dam safety. These funds will ensure we stay as nimble as possible in the face of drought and a changing climate. Stewardship of our natural resources is a core mission for us. Interior manages about 20% of America's lands and is responsible for protection and recovery of more than 2,300 endangered and threatened species. Our request covers $3.2 billion in annual funding for conservation efforts that supports key initiatives such as wildlife corridors and youth corps partnerships. The request also includes $140 million for fish and wildlife service partnership programs that support voluntary conservation on public and private lands. ਅਮਰੀਕਾ ਤੋਂ ਯਾਤਰੀਆਂ ਦੇ ਬਾਰੇ ਖਾਸ ਤੌਰ ਤੇ ਭਾਰਤੀਆਂ ਬਾਰੇ ਇੱਕ ਵੱਡਾ ਐਲਾਨ ਹੋਇਆ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਹੁਣ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਉੱਪਰ ਲੱਗਦੀ ਸ਼ਰਤ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਹੜੇ ਵੀ ਅਮਰੀਕਾ ਦੇ ਵਿੱਚ ਅੰਤਰਰਾਸ਼ਟਰੀ ਯਾਤਰੀ ਆਉਣਗੇ ਹੁਣ ਉਹਨਾਂ ਨੂੰ ਕੋਵਿਡ ਟੀਕੇ ਦਾ ਸਬੂਤ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਅਮਰੀਕਾ ਤੋਂ ਭਾਰਤੀਆਂ ਵਾਸਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਹੈ ਕਿ ਹੁਣ ਜਿਹੜੇ ਭਾਰਤ ਤੋਂ ਅਮਰੀਕਾ ਦਾ ਸਫ਼ਰ ਕਰਨਗੇ ਉਹਨਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਅੰਤਰਰਾਸ਼ਟਰੀ ਯਾਤਰੀਆਂ ਦੇ ਬਾਰੇ ਜੋ ਅਹਿਮ ਐਲਾਨ ਸਾਹਮਣੇ ਆਇਆ ਉਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਵੈਕਸੀਨ ਦੀ ਸ਼ਰਤ ਨੂੰ ਖਤਮ ਕੀਤਾ ਜਾਵੇਗਾ। ਜੀ ਹਾਂ, ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵੱਲੋਂ ਸਾਰੇ ਕਰਮਚਾਰੀਆਂ ਤੇ ਠੇਕੇਦਾਰਾਂ ਦੇ ਨਾਲ ਅਮਰੀਕਾ ਵਿੱਚ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਵਾਸਤੇ ਕੋਵਿਡ-19 ਦੀ ਵੈਕਸੀਨ ਦੀ ਜ਼ਰੂਰਤ ਨੂੰ ਖਤਮ ਕੀਤਾ ਜਾਵੇਗਾ। ਦੱਸ ਦਈਏ ਕਿ ਅਮਰੀਕਾ ਮੱਧ ਮਈ ਤੋਂ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰੋਸੈਸਿੰਗ ਵੀ ਸ਼ੁਰੂ ਕਰ ਦੇਵੇਗਾ। ਵਾਈਟ ਹਾਊਸ ਨੇ ਪ੍ਰੈਸ ਰਿਲੀਜ਼ ਦੇ ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਉਹਨਾਂ ਦੱਸਿਆ ਕਿ ਬਾਈਡਨ ਪ੍ਰਸ਼ਾਸਨ 11 ਮਈ ਦੇ ਦਿਨ ਦੇ ਅੰਤ ਵਿੱਚ ਕਰਮਚਾਰੀਆਂ ਠੇਕੇਦਾਰਾਂ ਤੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਵਾਸਤੇ ਕੋਵਿਡ-19 ਵੈਕਸੀਨ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ। ਉਸੇ ਦਿਨ ਜਿਸ ਦਿਨ ਕੋਵਿਡ-19 ਜਨਤਕ ਸਿਹਤ ਐਮਰਜੈਂਸੀ ਖਤਮ ਹੋ ਰਹੀ ਹੈ। ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਸਿਹਤ ਅਤੇ ਮਨੁੱਖੀ ਸੇਵਾਵਾਂ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਹੈੱਡ ਸਟਾਰਟ ਐਜੂਕੇਟਰਾਂ ਅਤੇ ਅਮਰੀਕੀ ਸਰਹੱਦ ਤੇ ਆਉਣ ਵਾਲੇ ਕੁਝ ਪ੍ਰਵਾਸੀਆਂ ਵਾਸਤੇ ਟੀਕਾਕਰਨ ਦੀ ਜ਼ਰੂਰਤ ਨੂੰ ਖਤਮ ਕਰਨ ਵਾਸਤੇ ਪ੍ਰੋਸੈਸਿੰਗ ਸ਼ੁਰੂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਮਰੀਕਾ ਮੱਧ ਮਈ ਤੋਂ ਉਪਲਬਧ ਮੁਲਾਕਾਤਾਂ ਦੇ ਪਹਿਲੇ ਬੈਚ ਦੇ ਨਾਲ ਪਤਝੜ ਸੈਸ਼ਨ ਵਾਸਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰ ਦੇਵੇਗਾ। ਉਹਨਾਂ ਵੱਲੋਂ ਇਸ ਬਾਰੇ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਸਲਮਾਨ ਭਾਈਚਾਰੇ ਵਾਸਤੇ ਰਾਸ਼ਟਰਪਤੀ ਬਾਈਡਨ ਨੇ ਖਾਸ ਸੁਨੇਹਾ ਜਾਰੀ ਕੀਤਾ। ਇਸ ਦੀ ਵੀਡੀਓ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਜਿੱਥੇ ਰਾਸ਼ਟਰਪਤੀ ਬਾਈਡਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਮੁਸਲਿਮ ਭਾਈਚਾਰੇ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਸੁਨੇਹਾ ਜਾਰੀ ਕੀਤਾ ਗਿਆ। ਇਸ ਦੀ ਵੀਡੀਓ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਭ ਨਾਲ ਸਾਂਝੀ ਕੀਤੀ। ਰਾਸ਼ਟਰਪਤੀ ਜੋ ਬਾਈਡਨ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ। I just asked whether or not prayer was supposed to start at 6 o'clock. It is now 5 minutes. This will be the quickest speech I ever made in my entire life. But I'm told it's not actually it has to be at 6. Is that right? Well, thank you, Doug and Kamala, for being here. And thank you, Ronnie, for sharing your music with us. And Imam, thank you for that introduction and creating a place of connection and belonging for Muslims here in Washington, D.C. And thank all of you for joining us in the White House. It is the people's house, for real. It's your house. It's your house. It represents an incredibly diverse contributions that Muslims have made to our nation as teachers, as engineers, as doctors, lawyers, business owners, congresswomen, congressmen. Muslims surveyed and served very, very bravely in the U.S. Armed Forces and law enforcement, and putting, what branch? Army, sir. Army, all right. Putting their lives on the line to keep our communities and our country safe.
You've led civil society groups in helping refugees and people with disabilities, creating opportunities for women, and standing up against hate. Muslim culture is woven throughout the American culture in music, film, literature, fashion, and the arts. And we cheer for Muslim athletes like Kareem Abdul-Jabbar. I know him, and I did mispronounce his name. But he calls me Joe Biden once in a while. Remains, and think of all the great Muslim athletes we saw in the Final Four. Folks, look, he remains an inspiration. There are even Muslim superheroes now like Mrs. Marvel. Mrs. Marvel. On that note, I want to mention one special guest tonight, a huge superhero fan from Lexington, Massachusetts, Omar Masood. Omar, where are you? ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਅਮਰੀਕਾ ਤੋਂ ਖਾਸ ਸਾਹਮਣੇ ਆਈਆਂ ਨੇ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।